ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਹੀ ਸਤਿਕਾਰਯੋਗ ਹਾਜ਼ਰੀਨ, ਤੁਹਾਡੇ ਨਾਲ ਬੰਗਾਲ ਦੀਆਂ ਚੋਣਾਂ ਦੇ ਮੁੱਦੇ ਉੱਪਰ ਕੁਝ ਵਿਚਾਰ ਸਾਂਝੇ ਕਰਨੇ ਨੇ, ਕਿਉਂਕਿ ਸੋਸ਼ਲ ਮੀਡੀਆ ਦੇ ਉੱਪਰ ਬਹੁਤ ਸਾਰੇ ਵੀਰਾਂ ਦੇ ਸਵਾਲ ਆਏ ਸੀ ਅਤੇ ਮੈਂ ਸੋਚਿਆ ਕਿ ਉਹਨਾਂ ਸਵਾਲਾਂ ਦੇ ਉੱਪਰ ਕੁਝ ਵਿਚਾਰ ਚਰਚਾ ਕਰਨ ਦਾ ਯਤਨ ਕਰੀਏ। ਉਹਦਾ ਮਕਸਦ ਇਹ ਨਹੀਂ ਹੈ ਕਿ ਬੰਗਾਲ 'ਚ ਇਲੈਕਸ਼ਨਾਂ ਹੋਈਆਂ ਨੇ ਜਾਂ ਉੱਥੇ ਜਿਹੜੀ ਆਲ ਇੰਡੀਆ ਤ੍ਰਿਣਮੂਲ ਕਾਂਗਰਸ ਆ, ਮਮਤਾ ਬੈਨਰਜੀ ਦੀ ਅਗਵਾਈ ਦੇ ਵਿੱਚ ਉਹ ਜਿੱਤੀ ਹੈ ਜਾਂ ਦੁਬਾਰਾ ਸੱਤਾ ਦੇ ਉੱਪਰ ਕਾਬਜ਼ ਹੋਈ ਹੈ, ਜਾਂ ਫਿਰ ਇੱਕ ਨਜ਼ਰੀਏ ਤੋਂ ਕਿ ਉੱਥੇ ਭਾਜਪਾ ਦੀ ਹਾਰ ਹੋਈ ਹੈ। ਸੋ ਉਹ ਹਾਰ ਹੈ ਜਾਂ ਜਿੱਤ ਹੈ, ਜਾਂ ਕਿਹੜੇ ਕਾਰਨ ਨੇ ਜਿਨ੍ਹਾਂ ਕਾਰਨਾਂ ਦੇ ਕਰਕੇ ਬੰਗਾਲ ਦੀਆਂ ਇਲੈਕਸ਼ਨਾਂ ਦੇ ਵਿੱਚ ਮਮਤਾ ਬੈਨਰਜੀ ਦੀ ਜਿੱਤ ਹੋਈ ਹੈ, ਜਾਂ ਜਿਹੜਾ ਸਾਡੇ ਸਾਹਮਣੇ ਅਹਿਮ ਸਵਾਲ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੀਆਂ ਜਿਹੜੀਆਂ ਚੋਣਾਂ ਨੇ ਉਹ ਵੀ ਆਉਣ ਵਾਲੀਆਂ ਨੇ, ਅਤੇ ਇਹ ਜਿਹੜਾ ਸਾਰਾ ਵਰਤਾਰਾ ਹੈ ਜਾਂ ਜਿਹੜਾ ਇਹ ਘਟਨਾਕ੍ਰਮ ਹੈ, ਇਹਦਾ ਅਸਰ ਜਿਹੜਾ ਹੈ ਉਹ ਪੰਜਾਬ ਦੇ ਉੱਪਰ ਕਿਵੇਂ ਦਾ ਹੋਵੇਗਾ। ਸੋ ਜਦੋਂ ਅਸੀਂ ਪੰਜਾਬ ਦੇ ਉੱਪਰ ਅਸਰ ਦੀ ਗੱਲ ਕਰਦੇ ਹਾਂ ਤਾਂ ਮੇਰੇ ਖਿਆਲ ਦੇ ਨਾਲ ਪਾਵਨ ਗੁਰਬਾਣੀ ਦਾ ਇੱਕ ਬਹੁਤ ਹੀ ਸੁੰਦਰ ਫਰਮਾਨ ਹੈ, ਸ਼ਾਹਾਂ ਸੁਰਤ ਗਵਾਈਆਂ ਰੰਗ ਤਮਾਸ਼ੇ ਚਾਏ, ਅੱਗੋਂ ਦੇ ਜੇ ਚੇਤੀਏ ਤਾਂ ਕਾਇਤ ਮਿਲੇ ਸਜਾਏ। ਭਾਵ ਬੜਾ ਸਪਸ਼ਟ ਹੈ ਕਿ ਜਦੋਂ ਸ਼ਾਸਕ ਲੋਕ ਜਿਹੜੇ ਨੇ ਉਹ ਸੁਰਤ ਗਵਾ ਬੈਠਦੇ ਨੇ ਸੰਸਾਰ ਦੇ ਵਿੱਚ, ਸੰਸਾਰ ਦੇ ਰੰਗ ਤਮਾਸ਼ੇ ਦੇ ਵਿੱਚ, ਜਾਂ ਆਪਣੇ ਛੋਟੇ ਛੋਟੇ ਮਫਾਦਾਂ ਦੇ ਵਿੱਚ ਲੋਕਾਂ ਦੇ ਜਿਹੜੇ ਹੱਕ ਨੇ ਉਹਨਾਂ ਨੂੰ ਵਿਸਾਰ ਦਿੰਦੇ ਨੇ, ਜਾਂ ਜਿਹੜੀਆਂ ਲੋਕਾਂ ਦੀਆਂ ਆਸਾਂ ਉਮੀਦਾਂ ਹੁੰਦੀਆਂ ਨੇ ਉਹਦੇ ਉੱਪਰ ਖਰੇ ਨਹੀਂ ਉਤਰਦੇ, ਤਾਂ ਫਿਰ ਕਿਤੇ ਨਾ ਕਿਤੇ ਲੋਕਾਂ ਨੂੰ ਵੀ ਸੋਚਣ ਵਾਸਤੇ ਮਜਬੂਰ ਹੋਣਾ ਪੈਂਦਾ ਹੈ। ਅਤੇ ਪਾਤਸ਼ਾਹ ਕਹਿੰਦੇ ਨੇ ਕਿ ਅੱਗੋਂ ਦੇ ਜੇ ਚੇਤੀਏ, ਕਿ ਜੇਕਰ ਵਾਪਰਨ ਵਾਲੇ ਵਰਤਾਰੇ ਨੂੰ ਪਹਿਲਾਂ ਹੀ ਚੇਤ ਲਿਆ ਜਾਵੇ, ਉਹਦੇ ਉੱਪਰ ਚਿੰਤਨ ਕਰ ਲਿਆ ਜਾਵੇ, ਤਾਂ ਫਿਰ ਕਿਤੇ ਨਾ ਕਿਤੇ ਉਹਦੇ ਬੁਰੇ ਪ੍ਰਭਾਵਾਂ ਤੋਂ ਬਚਿਆ ਜਾ ਸਕਦਾ ਹੈ, ਕਿ ਜਿਹੜੀ ਇਸ ਅਚੇਤਨਤਾ ਦੇ ਵਿੱਚੋਂ ਸਾਨੂੰ ਭਵਿੱਖ ਦੇ ਵਿੱਚ ਸਜ਼ਾ ਭੁਗਤਣੀ ਪੈਣੀ ਹੈ ਉਸ ਤੋਂ ਬਚਿਆ ਜਾ ਸਕਦਾ ਹੈ, ਜਿਸ ਨੂੰ ਪਾਤਸ਼ਾਹ ਕਹਿੰਦੇ ਨੇ ਕਿ ਅੱਗੋਂ ਦੇ ਜੇ ਚੇਤੀਏ ਤਾਂ ਕਾਇਤ ਮਿਲੇ ਸਜਾਏ। ਸੋ ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਜਦੋਂ ਅਸੀਂ ਇਸ ਸਾਰੇ ਹੀ ਚੋਣਾਂ ਦੇ ਨਤੀਜੇ ਨੂੰ ਇੱਕ ਬੜੇ ਸਿੱਧੇ ਜਿਹੇ ਵਰਤਾਰੇ ਦੇ ਵਿੱਚ ਵੇਖਦੇ ਹਾਂ, ਤਾਂ ਇੱਕ ਅੰਗਰੇਜ਼ੀ ਅਖਬਾਰ ਨੇ ਬੜੀ ਵਧੀਆ ਗੱਲ ਕੀਤੀ ਹੈ, ਉਹਦੇ ਵਿੱਚ ਬਹੁਤ ਕੁਝ ਸਮਾ ਜਾਂਦਾ ਹੈ। ਉਹਨਾਂ ਨੇ ਬੜਾ ਸਿੱਧਾ ਜਿਹਾ ਨਜ਼ਰੀਆ ਦੇ ਦਿੱਤਾ ਹੈ ਕਿ ਜਿਹੜੀ ਆਲ ਇੰਡੀਆ ਤ੍ਰਿਣਮੂਲ ਕਾਂਗਰਸ ਸੀ, ਉਸ ਨੇ ਕਿਤੇ ਨਾ ਕਿਤੇ ਜਿਹੜੀ ਰਾਜਨੀਤੀ ਕੀਤੀ ਹੈ, ਜਾਂ ਜਿਸ ਰੂਪ ਦੇ ਵਿੱਚ ਉਹਨਾਂ ਨੇ ਆਪਣੀਆਂ ਚੋਣਾਂ ਨੂੰ ਜਿੱਤਣ ਦੇ ਵਾਸਤੇ ਰਾਜਨੀਤਿਕ ਪੱਤਾ ਖੇਡਿਆ, ਉਹਦੇ ਵਿੱਚ ਉਹਨਾਂ ਨੇ ਸਭ ਤੋਂ ਵੱਡੀ ਜਿਹੜੀ ਗੱਲ ਹੈ ਉਹ ਸੀ ਕਲਾਸ ਐਂਡ ਕਾਸਟ ਨੂੰ ਲੈ ਕੇ ਆਉਂਦਾ ਹੈ, ਦਰਜਾ ਬਦਰਜਾ ਲੋਕਾਂ ਦੇ ਆਰਥਿਕ ਹਾਲਾਤ ਅਤੇ ਉਹਨਾਂ ਦਾ ਜਾਤੀਵਾਦ। ਉਹਦੇ ਤੋਂ ਜਿਹੜੀ ਉੱਪਰ ਵਾਲੀ ਗੱਲ ਹੈ ਉਹ ਕਹਿੰਦੇ ਨੇ ਕਿ ਭਾਜਪਾ ਜਿਹੜੀ ਕਿਸੇ ਸਮੇਂ ਉੱਥੇ ਤਕਰੀਬਨ ਜ਼ੀਰੋ ਦੇ ਉੱਪਰ, ਕਿਉਂਕਿ 1-2 ਸੀਟਾਂ ਜਿਹੜੀਆਂ ਨੇ ਉਹਨਾਂ ਨੂੰ ਜ਼ੀਰੋ ਵਰਗਾ ਹੀ ਗਿਣਿਆ ਜਾ ਸਕਦਾ ਹੈ, ਪਰ ਭਾਜਪਾ ਨੇ ਜਿਹੜਾ ਪੱਤਾ ਖੇਡਿਆ ਹੈ ਕਿ ਉਹ 1-2 ਸੀਟਾਂ ਤੋਂ ਉੱਪਰ 80 ਦੇ ਉੱਪਰ ਜਾ ਟਿਕੇ ਨੇ, ਤਾਂ ਇਸ ਵਰਤਾਰੇ ਦਾ ਵੀ ਜਿਹੜਾ ਉਹਨਾਂ ਨੇ ਸਿੱਧੇ ਰੂਪਾਂ ਦੇ ਵਿੱਚ ਜਿਹੜਾ ਅਧਿਐਨ ਕੀਤਾ ਹੈ, ਉਹਨਾਂ ਨੇ ਕਿਹਾ ਕਿ ਭਾਜਪਾ ਨੇ ਕਲਾਸ, ਕਾਸਟ ਐਂਡ ਰਿਲੀਜਨ, ਧਰਮ, ਜਾਤੀਵਾਦ ਅਤੇ ਲੋਕਾਂ ਦੀ ਜਿਹੜੀ ਆਰਥਿਕ ਦਰਜਾਬੰਦੀ ਹੈ ਉਹਦੇ ਉੱਪਰ ਆਪਣਾ ਧਿਆਨ ਜਿਹੜਾ ਕੇਂਦਰਿਤ ਕੀਤਾ ਹੈ। ਸੋ ਜੇਕਰ ਅਸੀਂ ਇਸ ਸਾਰੇ ਵਰਤਾਰੇ ਦਾ ਪੜਾਅਵਾਰ ਅਧਿਐਨ ਕਰਨਾ ਹੈ ਤਾਂ ਇੱਕ ਗੱਲ ਬੜੀ ਅਹਿਮ ਹੈ ਕਿ ਬੇਸ਼ੱਕ ਜਿਹੜਾ ਕਿਸਾਨ ਸੰਘਰਸ਼ ਚੱਲ ਰਿਹਾ ਸੀ, ਉਹਦੀ ਜਿਹੜੀ ਆਗੂ ਪ੍ਰਣਾਲੀ ਹੈ ਉਹ ਬੰਗਾਲ ਦੇ ਚੋਣ ਨਤੀਜਿਆਂ ਦੇ ਉੱਪਰ ਕੋਈ ਵੱਡਾ ਪ੍ਰਭਾਵ ਸਿਰਜਣ ਦੇ ਵਿੱਚ ਨਾਕਾਮਯਾਬ ਰਹੀ ਹੈ, ਪਰ ਇਹ ਵੀ ਨਹੀਂ ਕਿਹਾ ਜਾ ਸਕਦਾ ਕਿ ਜਿਹੜਾ ਕਿਸਾਨੀ ਦਾ ਮੁੱਦਾ ਸੀ ਇਹਦਾ ਜਿਹੜਾ ਉਹਨਾਂ ਇਲੈਕਸ਼ਨਾਂ ਦੇ ਉੱਪਰ ਅਸਰ ਨਹੀਂ ਪਿਆ। ਉਹ ਅਸਰ ਪਿਆ ਹੈ, ਪਰ ਉਹ ਉਹਨਾਂ ਦੇ ਸਥਾਨਕ ਵਰਤਾਰਿਆਂ ਦੇ ਵਿੱਚੋਂ ਪਿਆ ਹੈ ਕਿ ਜਿਨ੍ਹਾਂ ਸਮਿਆਂ ਦੇ ਵਿੱਚ ਉੱਥੋਂ ਦੇ ਕਿਸਾਨਾਂ ਨੂੰ ਜਾਂ ਮਜ਼ਦੂਰਾਂ ਨੂੰ ਸਮੱਸਿਆ ਆਈ ਸੀ, ਤਾਂ ਉਸ ਸਮੇਂ ਮਮਤਾ ਬੈਨਰਜੀ ਬੜੇ ਸਿੱਧੇ ਤੌਰ 'ਤੇ ਉਹਨਾਂ ਦੇ ਹੱਕ ਦੇ ਵਿੱਚ ਖੜੀ ਹੋਈ ਸੀ। ਪਰ ਜਿਹੜੀ ਸਾਡੀ ਕਿਸਾਨ ਸੰਘਰਸ਼ ਦੀ ਜਿਹੜੀ ਲੀਡਰਸ਼ਿਪ ਹੈ, ਜਿਹੜੀ ਧਿਰ ਦੀ ਖਾਸ ਕਰਕੇ ਉਹਨਾਂ ਵੱਲੋਂ ਮਦਦ ਕੀਤੀ ਗਈ, ਅਤੇ ਜਾਂ ਜਿਹੜਾ ਕਿਸੇ ਧਿਰ ਦੇ ਵਿੱਚ ਸਪਸ਼ਟ ਸਟੈਂਡ ਨਹੀਂ ਲਿਆ ਗਿਆ, ਕਿਤੇ ਨਾ ਕਿਤੇ ਉਹਦਾ ਅਧਿਐਨ ਕਰਨਾ ਜ਼ਰੂਰੀ ਇਸ ਕਰਕੇ ਹੈ ਕਿ ਅਕਸਰ ਪਹਿਲੀ ਗੱਲ ਤਾਂ ਇਹ ਕਹੀ ਜਾਂਦੀ ਸੀ ਕਿ
ਕਿਸਾਨ ਸੰਘਰਸ਼ ਜਿਹੜਾ ਹੈ ਇਸ ਨੂੰ ਰਾਜਨੀਤਿਕ ਪ੍ਰਭਾਵ ਤੋਂ ਮੁਕਤ ਰੱਖਿਆ ਜਾਵੇਗਾ। ਪਰ ਇਹ ਵੀ ਮੈਂ ਕਹਿੰਦਾ ਕਿ ਕੋਈ ਮਾੜਾ ਫੈਸਲਾ ਨਹੀਂ ਸੀ ਕਿ ਜੇ ਲੀਡਰਸ਼ਿਪ ਨੇ ਇਹ ਫੈਸਲਾ ਲਿਆ ਕਿ ਜਿੱਥੇ ਵੀ ਭਾਜਪਾ ਨੂੰ ਹਰਾਉਣ ਵਾਲੀ ਧਿਰ ਜਿਹੜੀ ਹੈ ਉਹ ਸਮਰੱਥਾ ਦੇ ਵਿੱਚ ਹੋਵੇਗੀ, ਉਹ ਤਾਕਤਵਰ ਹੋਵੇਗੀ, ਉਹਦੀ ਮਦਦ ਕੀਤੀ ਜਾਵੇਗੀ। ਪਰ ਇੱਥੇ ਇੱਕ ਗੱਲ ਬੜੀ ਅਹਿਮ ਹੈ ਕਿ ਜਿਹੜੀ ਕਿਸਾਨ ਸੰਘਰਸ਼ ਦੀ ਲੀਡਰਸ਼ਿਪ ਸੀ ਉਸ ਦੇ ਵੱਲੋਂ ਸਪਸ਼ਟ ਤੌਰ ਤੇ ਐਲਾਨ ਨਹੀਂ ਸੀ ਕੀਤਾ ਗਿਆ ਕਿ ਅਸੀਂ ਉੱਥੇ ਜਿਹੜੀ ਬੀਜੇਪੀ ਨੂੰ ਹਰਾਉਣ ਦੀ ਸਮਰੱਥਾ ਰੱਖਣ ਵਾਲੀ ਧਿਰ ਹੈ, ਮਮਤਾ ਬੈਨਰਜੀ ਵਾਲੀ ਧਿਰ, ਉਸ ਦੀ ਮਦਦ ਕੀਤੀ ਜਾਵੇਗੀ। ਇੱਥੋਂ ਤੱਕ ਕਿ ਨੰਦੀਗ੍ਰਾਮ ਦੇ ਵਿੱਚ ਜਿਹੜੀ ਇੱਕ ਚੁਣਾਵ ਸਭਾ ਵੀ ਹੋਈ, ਉਹਦੇ 'ਚ ਕੇਵਲ ਤੇ ਕੇਵਲ ਮੈਂ ਕਿਸਾਨ ਸੰਘਰਸ਼ ਦੇ ਵਿੱਚੋਂ ਇੱਕ ਲੀਡਰ ਨੇ, ਰਾਕੇਸ਼ ਟਕੈਤ, ਜਿਨ੍ਹਾਂ ਨੇ ਇਹ ਗੱਲ ਬੜੀ ਸਪਸ਼ਟ ਕਹੀ ਸੀ ਕਿ ਸਾਨੂੰ ਮਮਤਾ ਭੈਣ ਜੀ ਦੀ ਜਿਹੜੀ ਮਦਦ ਆ ਉਹ ਕਰਨੀ ਚਾਹੀਦੀ ਹੈ। ਪਰ ਜ਼ਿਆਦਾਤਰ ਜਿਹੜੀ ਕਿਸਾਨ ਸੰਘਰਸ਼ ਦੀ ਲੀਡਰਸ਼ਿਪ ਸੀ, ਇਹਨਾਂ ਦਾ ਜਿਹੜਾ ਕਹਿ ਸਕਦੇ ਹੋ ਕਿ ਰੁਝਾਨ ਜਿਹੜਾ ਸੀ ਉਹ ਖੱਬੇ ਪੱਖੀ ਧਿਰਾਂ ਵੱਲ ਰਿਹਾ। ਇੱਥੋਂ ਤੱਕ ਕਿ ਉੱਥੋਂ ਦੇ ਜਿਹੜੇ ਖੱਬੇ ਪੱਖੀ ਧਿਰ ਦੇ ਲੀਡਰ ਸੀ ਔਰ ਜਿਹੜੇ ਖਾਸ ਕਰਕੇ ਜਿਹੜੀ ਕਿਸਾਨਾਂ ਦੀ ਜਥੇਬੰਦੀ ਦੀ ਰਾਸ਼ਟਰੀ ਕਮੇਟੀ ਹੈ ਉਹਦੇ ਮੈਂਬਰ ਵੀ ਨੇ, ਹਨਨ ਮੌਲਾ, ਜਿਹੜੇ ਆਪ ਕੇ ਖੱਬੇ ਪੱਖੀ ਧਿਰ ਨਾਲ ਜੁੜੇ ਹੋਏ ਨੇ, ਉਹਨਾਂ ਦੇ ਵੱਲੋਂ ਵੀ ਸਥਾਨਕ ਤੌਰ ਤੇ ਕੋਈ ਸਪਸ਼ਟ ਫੈਸਲਾ ਨਹੀਂ ਸੀ ਲਿਆ ਗਿਆ। ਦੂਜੀ ਗੱਲ ਇਹ ਹੈ ਕਿ ਜਿਹੜੀ ਬੀਜੇਪੀ ਅਸੀਂ ਵੇਖ ਰਹੇ ਹਾਂ ਕਿ ਬੀਜੇਪੀ ਜਿਹੜੀ ਸੀ ਉਹ 2-3 ਸੀਟਾਂ ਤੋਂ 80 ਸੀਟਾਂ ਦੇ ਉੱਪਰ ਚਲੀ ਗਈ ਹੈ। ਸੋ ਅਸੀਂ ਇਸ ਨੂੰ ਕੇਵਲ ਤੇ ਕੇਵਲ ਹਾਰ ਦੇ ਰੂਪ ਦੇ ਵਿੱਚ ਨਾ ਵੇਖੀਏ ਕਿ ਬੀਜੇਪੀ ਉੱਥੇ ਹਾਰੀ ਹੈ, ਇਸ ਨੂੰ ਉਹਦੀ ਇੱਕ ਬਹੁਤ ਵੱਡੀ ਜਿੱਤ ਦੇ ਰੂਪ ਦੇ ਵਿੱਚ ਵੀ ਵੇਖਣਾ ਪਵੇਗਾ। ਉਹ ਇਸ ਕਰਕੇ ਵੇਖਣਾ ਪਵੇਗਾ ਕਿ ਜਿਸ ਧਿਰ ਦਾ ਉੱਥੇ ਆਧਾਰ ਹੀ ਨਹੀਂ ਸੀ, ਉਹ ਤਕਰੀਬਨ ਅੱਧੇ ਤੋਂ ਵੱਧ ਲੋਕਾਂ ਦੇ ਵਿੱਚ ਆਪਣਾ ਆਧਾਰ ਸਿਰਜਣ ਦੇ ਵਿੱਚ ਕਾਮਯਾਬ ਰਹੀ ਹੈ। ਸੋ ਉਹਦੀ ਕਾਮਯਾਬੀ ਦੇ ਪਿੱਛੇ ਜਿਹੜਾ ਇੱਕ ਖਤਰਨਾਕ ਪਹਿਲੂ ਇਹ ਹੈ, ਵੈਸੇ ਤਾਂ ਦੋ ਪਹਿਲੂ ਬੜੇ ਅਹਿਮ ਨੇ। ਪਹਿਲਾ ਪਹਿਲੂ ਤੇ ਇਹ ਹੈ ਕਿ ਜਿਹੜਾ ਭਾਜਪਾ ਨੇ ਕਾਂਗਰਸ ਮੁਕਤ ਭਾਰਤ ਦਾ ਜਿਹੜਾ ਸੁਪਨਾ ਸੀ, ਉਹਦੇ ਇੱਕ ਪੜਾਅ ਨੂੰ ਤੈਅ ਕੀਤਾ ਹੈ ਕਿ ਉੱਥੇ ਜਿਹੜੀ ਕਾਂਗਰਸ ਆ ਉਹ ਆਪਣਾ ਆਧਾਰ ਸਿਰਜਣ ਦੇ ਵਿੱਚ ਜਿਹੜੀ ਹੈ ਉਹ ਨਾਕਾਮਯਾਬ ਰਹੀ ਹੈ। ਦੂਸਰੀ ਗੱਲ ਕਿ ਜਿਹੜੀਆਂ ਖੱਬੇ ਪੱਖੀ ਧਿਰਾਂ ਨੇ, ਖਾਸ ਕਰਕੇ ਕਿਸਾਨ ਸੰਘਰਸ਼ ਦੀਆਂ ਕੁਝ ਜਥੇਬੰਦੀਆਂ ਜਿਹੜੀਆਂ CPI-M ਦੇ ਨਾਲ ਆਪਣਾ ਰਿਸ਼ਤਾ ਰੱਖਦੀਆਂ ਨੇ, ਜਿਹੜੀਆਂ ਧਿਰਾਂ ਦੀ ਉਹਨਾਂ ਨੂੰ ਮਦਦ ਕੀਤੀ ਗਈ, ਤਕਰੀਬਨ ਉਹ ਵੀ ਜਿਹੜਾ ਸਾਰਾ ਵੋਟ ਬੈਂਕ ਹੈ ਉਹ ਵੀ ਕਿਤੇ ਨਾ ਕਿਤੇ ਸਾਰਾ ਭਾਜਪਾ ਦੇ ਹੱਕ ਦੇ ਵਿੱਚ ਭੁਗਤਿਆ ਹੈ। ਸੋ ਇਹ ਦੋ ਪਹਿਲੂ ਖਤਰਨਾਕ ਇਸ ਕਰਕੇ ਮੈਂ ਕਹੇ ਨੇ। ਪਹਿਲੀ ਗੱਲ ਤੇ ਇਹ ਹੈ ਕਿ ਖੱਬੇ ਪੱਖੀ ਧਿਰਾਂ ਜਿਹੜੀਆਂ ਕਿਸਾਨ ਸੰਘਰਸ਼ ਦੇ ਵਿੱਚ ਆਪਣੇ ਆਪ ਨੂੰ ਮੋਹਰੀਆਂ ਦੇ ਵਿੱਚ ਗਿਣਦੀਆਂ ਨੇ, ਉਹਨਾਂ ਦੀ ਜਿਹੜੀ ਧਿਰ ਸੀ ਉਹ ਉੱਥੇ ਆਪਣਾ ਵੋਟ ਬੈਂਕ ਜਾਂ ਉੱਥੇ ਚੋਣਾਂ ਦੇ ਵਿੱਚ ਵੋਟਰਾਂ ਨੂੰ ਆਕਰਸ਼ਿਤ ਕਰਨ ਦੇ ਵਿੱਚ ਨਾਕਾਮਯਾਬ ਰਹੀ ਹੈ। ਦੂਸਰੀ ਗੱਲ ਇਹ ਹੈ ਕਿ ਜਦੋਂ ਭਾਜਪਾ ਕਾਂਗਰਸ ਮੁਕਤ ਭਾਰਤ ਦੀ ਗੱਲ ਕਰਦੀ ਹੈ ਤੇ ਉਹਦੇ ਨਾਲ ਉਹ ਇਹ ਵੀ ਕਹਿੰਦੇ ਨੇ ਕਿ ਅਸੀਂ ਬ੍ਰਾਹਮਣਿਸਟਿਕ ਨੈਸ਼ਨਲਿਜ਼ਮ, ਜਿਹੜਾ ਬ੍ਰਾਹਮਣਵਾਦੀ ਰਾਸ਼ਟਰਵਾਦ ਆ, ਉਹਦੇ ਦਾਇਰੇ ਦੇ ਵਿੱਚ ਜਿਹੜਾ ਅਸੀਂ ਹਿੰਦੂਤਵ ਦਾ ਏਜੰਡਾ ਲੈ ਕੇ ਆਉਣਾ ਹੈ, ਉਸ ਹਿੰਦੂਤਵ ਦੇ ਏਜੰਡੇ ਦੇ ਵਿੱਚ ਅਸੀਂ ਜਿਹੜਾ ਕੇਂਦਰ ਦੇ ਉੱਪਰ ਕਾਬਜ ਹੋਣਾ ਹੈ। ਤੇ ਉਹਦੇ ਵਾਸਤੇ ਉਹ ਕਾਮਯਾਬ ਇਸ ਕਰਕੇ ਰਹੇ ਨੇ ਕਿ ਇਸ ਵਾਰੀ ਕਿਤੇ ਨਾ ਕਿਤੇ ਬੇਸ਼ੱਕ ਖੱਬੇ ਪੱਖ ਦੀਆਂ ਧਿਰਾਂ ਨੂੰ ਲਾਂਭੇ ਕਰਨ ਤੋਂ ਬਾਅਦ ਉੱਥੇ ਤ੍ਰਿਣਮੂਲ ਕਾਂਗਰਸ ਆਈ ਸੀ, ਪਰ ਉਹਨਾਂ ਨੂੰ ਵੀ ਆਪਣਾ ਕਿਤੇ ਨਾ ਕਿਤੇ ਇਹ ਪ੍ਰਗਟਾਵਾ ਕਰਨਾ ਪਿਆ ਹੈ ਕਿ ਅਸੀਂ ਵੀ ਧਾਰਮਿਕ ਆਸਥਾਵਾਂ ਦੇ ਵਿੱਚ, ਜਿਸ ਤਰ੍ਹਾਂ ਦੇ ਬਿਆਨ ਤੁਸੀਂ ਮਮਤਾ ਬੈਨਰਜੀ ਦੇ ਵੇਖੇ ਹੋਣਗੇ ਇਲੈਕਸ਼ਨ ਦੇ ਵਿੱਚ, ਕਿ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਇੱਕ ਖਾਸ ਵਰਗ ਦੀਆਂ ਧਾਰਮਿਕ ਭਾਵਨਾਵਾਂ ਦੇ ਨਾਲ ਜੁੜਨਾ ਪਿਆ। ਸੋ ਇਹ ਇਸ ਕਰਕੇ ਮੈਂ ਕਹਿੰਦਾ ਹੈ ਕਿ ਭਾਜਪਾ ਕਾਫੀ ਹੱਦ ਤੱਕ ਆਪਣੇ ਏਜੰਡੇ ਨੂੰ ਲਾਗੂ ਕਰਨ ਦੇ ਵਿੱਚ ਸਫਲ ਰਹੀ ਹੈ। ਇਹ ਸਫਲਤਾ ਬਿਲਕੁਲ ਉਵੇਂ ਦੀ ਹੈ ਕਿ ਜਿਸ ਤਰ੍ਹਾਂ ਦਿੱਲੀ ਦੇ ਵਿੱਚ ਆਪ ਆ ਜਾਵੇ, ਬੇਸ਼ੱਕ ਵੇਖਣ ਨੂੰ ਲੱਗੇਗਾ ਕਿ ਇੱਥੇ ਭਾਜਪਾ ਦੀ ਸਰਕਾਰ ਨਹੀਂ ਬਣੀ, ਪਰ ਕਿਤੇ ਨਾ ਕਿਤੇ ਭਾਜਪਾ ਦਾ ਜਿਹੜਾ ਕੇਂਦਰੀ ਤੌਰ ਤੇ ਏਜੰਡਾ ਹੈ ਹਿੰਦੂਤਵ ਦਾ, ਉਹਨੂੰ ਸਫਲ ਹੋਣ ਦੇ ਵਿੱਚ ਜਿਹੜੀ ਆਪ ਹੈ ਉਹ ਕਿਸੇ ਤਰ੍ਹਾਂ ਦੀ ਰੁਕਾਵਟ ਪੈਦਾ ਨਹੀਂ ਕਰਦੀ। ਇਸੇ ਤਰ੍ਹਾਂ ਹੀ ਜਿਹੜੇ ਮੁੱਦਿਆਂ ਦੇ ਉੱਪਰ ਅੱਜ ਜਿਹੜੀ ਹੈ ਤ੍ਰਿਣਮੂਲ ਕਾਂਗਰਸ ਆ ਗਈ ਹੈ, ਉਹ ਵੀ ਭਾਜਪਾ ਦਾ ਜਿਹੜਾ ਵੱਡਾ ਏਜੰਡਾ ਹੈ ਉਹਨੂੰ ਕਿਤੇ ਨਾ ਕਿਤੇ ਸੰਨ ਲਾਉਣ ਦੇ ਵਿੱਚ ਕਾਮਯਾਬ ਨਹੀਂ ਹੋਈ, ਬਲਕਿ ਉਸੇ ਵਹਿਣ ਦੇ ਵਿੱਚ ਵਹਿ ਗਈ ਹੈ। ਇਹ ਬੜਾ ਅਹਿਮ ਗੱਲ ਹੈ। ਉਸ ਤੋਂ ਜਿਹੜੀ ਅਗਲੀ ਗੱਲ ਅਹਿਮ ਹੈ ਕਿ ਜਿਹੜੀਆਂ ਪਛੜੀਆਂ ਸ਼੍ਰੇਣੀਆਂ ਜਾਂ ਗਰੀਬੀ ਦੀ ਰੇਖਾ ਤੋਂ ਥੱਲੇ ਰਹਿ ਰਹੇ ਲੋਕ, ਜਿਹੜੇ ਕਿਸੇ ਨਾ ਕਿਸੇ ਸਮੇਂ ਆਪਣੇ ਹੱਕਾਂ ਤੇ ਆਪਣੇ ਅਧਿਕਾਰਾਂ ਦੀ ਗੱਲ ਕਰਕੇ ਖੱਬੇ ਧਿਰ ਨਾਲ ਜੁੜੇ ਹੁੰਦੇ ਸਨ, ਉਹਨਾਂ 'ਚੋਂ ਬਹੁਤ ਵੱਡਾ ਵਰਗ ਜਿਹੜਾ ਉਹ ਜਾਤੀਵਾਦ ਦੇ ਕਰਕੇ ਜਾਂ ਫਿਰ ਉੱਥੇ ਧਾਰਮਿਕ ਭਾਵਨਾਵਾਂ ਦੇ ਕਰਕੇ ਇਸ ਵਾਰੀ ਉਹ ਕਿਤੇ ਨਾ ਕਿਤੇ ਭਾਜਪਾ ਦੇ ਹੱਕ ਦੇ ਵਿੱਚ ਭੁਗਤਿਆ ਹੈ। ਸੋ ਇਸ ਗੱਲ ਦੇ ਉੱਪਰ ਵੀ ਸਾਨੂੰ ਬੜਾ ਅਹਿਮ ਚਿੰਤਨ ਕਰਨ ਦੀ ਲੋੜ ਹੈ। ਚਿੰਤਨ ਮੈਂ ਇਸ ਕਰਕੇ ਕਹਿ ਰਿਹਾ ਕਿ ਬੇਸ਼ੱਕ ਅਸੀਂ ਸੋਚ ਰਹੇ ਹਾਂ ਕਿ ਜੋ ਕੁਝ ਹੋਇਆ ਹੈ ਉਹ ਬੰਗਾਲ ਦੇ ਵਿੱਚ ਹੀ ਹੋਇਆ ਹੈ ਤੇ ਇਹਦਾ ਪੰਜਾਬ ਦੇ ਉੱਪਰ ਤਾਂ ਕੋਈ ਖਾਸ ਪ੍ਰਭਾਵ ਨਹੀਂ, ਪਰ ਇਹ 2-3 ਜਿਹੜੇ ਫੈਕਟਰ ਨੇ ਇਹ ਸਾਨੂੰ ਆਪਣੀ ਮਾਨਸਿਕ ਚੇਤਨਾ ਦੇ ਵਿੱਚ
ਇਸ ਕਰਕੇ ਅਧਿਐਨ ਦੇ ਖੇਤਰ ਦੇ ਵਿੱਚ ਰੱਖਣੇ ਪੈਣਗੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਉੱਪਰ ਇਹਨਾਂ ਦਾ ਜਿਹੜਾ ਪ੍ਰਭਾਵ ਉਹ ਪੈ ਸਕਦਾ ਹੈ। ਸੋ ਪਹਿਲੀ ਗੱਲ ਤਾਂ ਅਹਿਮ ਹੈ ਕਿ ਜਿਹੜੀਆਂ ਧਿਰਾਂ ਭਾਜਪਾ ਦਾ ਵਿਰੋਧ ਕਰਨਾ ਚਾਹੁੰਦੀਆਂ ਸੀ, ਉਹਨਾਂ ਦਾ ਜਿਹੜਾ ਵੋਟ ਬੈਂਕ ਹੈ ਉਹ ਬਿਲਕੁਲ ਭਾਜਪਾ ਦੇ ਹੱਕ ਦੇ ਵਿੱਚ ਭੁਗਤਿਆ ਹੈ। ਇਹ ਬਿਲਕੁਲ ਉਸੇ ਤਰ੍ਹਾਂ ਹੈ ਕਿ ਜਿਸ ਤਰ੍ਹਾਂ ਦੇ ਨਾਲ ਕਈ ਵਾਰ ਨਹੀਂ ਬਲਕਿ ਅਨੇਕਾਂ ਵਾਰ ਜਿਹੜੀਆਂ ਖੱਬੇ ਪੱਖੀ ਧਿਰਾਂ ਨੇ ਉਹ ਕਿਤੇ ਨਾ ਕਿਤੇ ਕਾਂਗਰਸ ਦੇ ਹੱਕ ਦੇ ਵਿੱਚ ਭੁਗਤੀਆਂ ਰਹੀਆਂ ਨੇ, ਕਿਉਂਕਿ ਉਸ ਵੇਲੇ ਸਟੇਟ ਜਿਹੜੀ ਸੀ ਉਹ ਕਾਂਗਰਸ ਦੇ ਹੱਥ ਦੇ ਵਿੱਚ ਹੁੰਦੀ ਸੀ। ਅੱਜ ਜੇਕਰ ਉਹੀ ਸੱਤਾ ਭਾਜਪਾ ਦੇ ਕੋਲ ਹੈ ਤੇ ਸੱਜੇ ਪੱਖ ਦਾ ਤੇ ਖੱਬੇ ਪੱਖ ਦਾ ਵੋਟ ਬੈਂਕ ਜਿਹੜਾ ਉਹ ਇਕੱਠਾ ਹੋ ਜਾਣਾ, ਇਹ ਬਹੁਤ ਵੱਡੀ ਚਿੰਤਾ ਦਾ ਵਿਸ਼ਾ ਹੈ। ਇਹਦੇ ਉੱਪਰ ਸਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਧਿਆਨ ਕੇਂਦਰਿਤ ਕਰਨ ਦੀ ਜਿਹੜੀ ਆ ਬਹੁਤ ਲੋੜ ਹੈ। ਦੂਸਰੀ ਗੱਲ ਇਹ ਹੈ ਕਿ ਜੇ ਅਸੀਂ ਕਹੀਏ ਕਿ ਕਿਸਾਨ ਸੰਘਰਸ਼ ਦੇ ਮੁੱਦੇ ਉੱਥੇ ਅਸਰਅੰਦਾਜ਼ ਹੋਏ ਹੋਣਗੇ ਤਾਂ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਉੱਥੇ ਵੀ ਲੋਕ ਕਿਸਾਨੀ ਕਰਦੇ ਨੇ ਤੇ ਕਿਸਾਨ ਸੰਘਰਸ਼ ਦੇ ਜਿਹੜੇ ਮੌਜੂਦਾ ਮੁੱਦੇ ਨੇ ਉਹ ਉੱਥੇ ਕਿਸੇ ਤਰ੍ਹਾਂ ਵੀ ਕੋਈ ਅਸਰ ਨਹੀਂ ਰੱਖਦੇ। ਉਹਦਾ ਕਾਰਨ ਹੈ ਕਿ ਬੰਗਾਲ ਦੇ ਵਿੱਚ ਜਿੰਨੀ ਕੁ ਉਪਜ ਹੁੰਦੀ ਹੈ ਉਨੀ ਕੀ ਉਹਨਾਂ ਦੀ ਆਪਣਾ ਜਿਹੜਾ ਬਾਜ਼ਾਰ ਹੈ ਉਹਦੇ ਵਿੱਚ ਉਹਦੀ ਖਪਤ ਹੋ ਜਾਂਦੀ ਹੈ, ਕਿ ਉਹਨਾਂ ਦੇ ਕੋਲ ਬਹੁਤ ਜ਼ਿਆਦਾ ਵਾਧੂ ਉਪਜ ਨਹੀਂ ਹੁੰਦੀ। ਇਸੇ ਕਰਕੇ ਉੱਥੇ ਮੰਡੀ ਦੀ ਜਿਹੜੀ ਹੈ ਉਹ ਕੋਈ ਇੰਨੀ ਵੱਡੀ ਕਹਿ ਸਕਦੇ ਹੋ ਕੋਈ ਉਹਦੇ ਮੰਡੀਆਂ ਦਾ ਤੰਤਰ ਨਹੀਂ ਹੈਗਾ। ਜੇ ਮੰਡੀਆਂ ਨਹੀਂ ਹੈਗੀਆਂ ਤਾਂ ਮੰਡੀ ਕਰਨ ਦੀ ਉੱਥੇ ਕੋਈ ਬਹੁਤ ਵੱਡੀ ਲੋੜ ਨਹੀਂ ਹੈ। ਜਦੋਂ ਮੰਡੀ ਕਰਨ ਦੀ ਲੋੜ ਨਹੀਂ ਹੈ ਤੇ ਇੱਥੇ ਜਿਹੜੀ ਕਿਸਾਨ ਸੰਘਰਸ਼ ਦੀ ਬਹੁਤ ਵੱਡੀ ਮੰਗ ਹੈ ਘੱਟੋ ਘੱਟ ਸਮਰਥਨ ਮੁੱਲ ਮਿਨੀਮਮ ਸਪੋਰਟ ਪ੍ਰਾਈਸ, ਤੇ ਉਹ ਜਿਹੜਾ ਮਿਨੀਮਮ ਸਪੋਰਟ ਪ੍ਰਾਈਸ ਹੈ ਉਹਦੀ ਮੰਗ ਜਿਹੜੀ ਉੱਥੇ ਸਾਰਥਕ ਨਹੀਂ ਹੈਗੀ। ਸੋ ਜੇਕਰ ਅਸੀਂ ਕਹੀਏ ਕਿ ਇਸ ਕਿਸਾਨ ਸੰਘਰਸ਼ ਦੇ ਜਿਹੜੇ ਕਾਰਨ ਨੇ, ਜਿਹੜੀਆਂ ਸਾਡੀਆਂ ਮੰਗਾਂ ਨੇ, ਉਹਨਾਂ ਨੇ ਉੱਥੋਂ ਦੇ ਵੋਟਰ ਨੂੰ ਪ੍ਰਭਾਵਿਤ ਕੀਤਾ ਹੋਵੇਗਾ ਤਾਂ ਇਹ ਆਪਣੇ ਆਪ ਦੇ ਵਿੱਚ ਮਾਨਸਿਕਤਾ ਨੂੰ ਇੱਕ ਸੰਤੁਸ਼ਟੀ ਦੇਣ ਵਾਸਤੇ ਇੱਕ ਛੋਟੇ ਜਿਹੇ ਨੁਕਤੇ ਵਜੋਂ ਤਾਂ ਵੇਖੀ ਜਾ ਸਕਦੀ ਹੈ, ਪਰ ਇਹ ਬਿਲਕੁਲ ਨਹੀਂ ਕਿਹਾ ਜਾ ਸਕਦਾ ਕਿ ਇਸ ਸਾਰੇ ਵਰਤਾਰੇ ਦਾ ਉੱਥੋਂ ਦੇ ਵੋਟਰਾਂ ਦੇ ਉੱਪਰ ਕੋਈ ਬਹੁਤ ਵੱਡਾ ਜਿਹੜਾ ਉਹ ਅਸਰ ਪਿਆ ਹੋਵੇਗਾ। ਦੂਸਰੀ ਗੱਲ ਹੈ ਕਿ ਬੰਗਾਲ ਦੇ ਵਿੱਚ ਇਸ ਵਾਰੀ ਮਮਤਾ ਬੈਨਰਜੀ ਨੇ ਜਿੱਥੇ ਕਾਸਟ ਤੋਂ ਇਲਾਵਾ ਜਿਹੜੀ ਉੱਥੋਂ ਦੀ ਗੱਲ ਕੀਤੀ ਕਲਾਸ ਐਂਡ ਕਾਸਟ, ਉਹਦੇ ਵਿੱਚ ਧਰਮ ਵੀ ਵਿਚਾਰਿਆ ਗਿਆ ਔਰ ਉਹਨੇ ਕਿਤੇ ਨਾ ਕਿਤੇ ਆਪਣੇ ਸੱਭਿਆਚਾਰਕ ਜਾਂ ਫਿਰ ਆਪਣੇ ਜਿਹੜੇ ਧਾਰਮਿਕ ਜਿਹੜੇ ਕਹਿ ਸਕਦੇ ਕਿ ਮਾਨਤਾਵਾਂ ਸੀ ਉਹਨਾਂ ਨੂੰ ਵੀ ਆਪਣੇ ਵਿਖਿਆਨਾਂ ਦੇ ਵਿੱਚ ਕਿਤੇ ਨਾ ਕਿਤੇ ਲੈ ਕੇ ਆਉਂਦਾ ਹੈ ਕਿ ਬੀਜੇਪੀ ਨੂੰ ਟੱਕਰ ਦੇਣ ਦੇ ਵਾਸਤੇ ਜਾਂ ਕਹਿ ਸਕਦੇ ਹੋ ਕਿ ਇਹ ਜ਼ਰੂਰੀ ਸੀ। ਪਰ ਇਹ ਜਿਹੜੀ ਟੱਕਰ ਹੈ ਆ ਜਾ ਕੇ ਭਾਜਪਾ ਦਾ ਜਿਹੜਾ ਮੁੱਖ ਏਜੰਡਾ ਹੈ ਉਹਦੇ ਹੱਕ ਦੇ ਵਿੱਚ ਭੁਗਤਦੀ ਹੈ। ਦੂਜੀ ਗੱਲ ਇਹ ਹੈ ਕਿ ਜਦੋਂ ਅਸੀਂ ਇੱਕ ਪਾਸੇ ਇਹ ਲੜਾਈ ਲੜ ਰਹੇ ਹਾਂ ਕਿ ਜਿਹੜਾ ਹਿੰਦੁਸਤਾਨ ਦਾ ਫੈਡਰਲ ਸਟਰਕਚਰ ਹੈ ਉਹ ਟੁੱਟਦਾ ਜਾ ਰਿਹਾ ਹੈ, ਰਾਜਾਂ ਦੇ ਅਧਿਕਾਰ ਜਿਹੜੇ ਨੇ ਉਹ ਖੋਏ ਜਾ ਰਹੇ ਨੇ, ਕੇਂਦਰੀਕਰਨ ਕੀਤਾ ਜਾ ਰਿਹਾ ਤੇ ਸਾਰੇ ਜਿਹੜੇ ਅਧਿਕਾਰ ਨੇ ਉਹਨਾਂ ਦੇ ਉੱਪਰ ਕਿਤੇ ਨਾ ਕਿਤੇ ਜਿਹੜਾ ਕੇਂਦਰ ਹੈ ਉਹ ਉੱਤੇ ਕਾਬਜ਼ ਹੁੰਦਾ ਜਾ ਰਿਹਾ। ਇਹੀ ਪੰਜਾਬ ਦੀ ਲੜਾਈ ਸੀ, ਵੱਧ ਅਧਿਕਾਰਾਂ ਦੀ ਗੱਲ ਸੀ, ਇਹੀ ਜੰਮੂ ਕਸ਼ਮੀਰ ਦੀ ਗੱਲ ਸੀ, ਜਾਂ ਇਹੀ ਜਿਹੜੀ ਹੈ ਹੋਰ ਬਹੁਤ ਸਾਰੇ ਰਾਜਾਂ ਦੇ ਵਿੱਚ ਵੀ ਗੱਲ ਚੱਲਦੀ ਹੈ। ਪਰ ਹੁਣ ਅਹਿਮ ਗੱਲ ਜਿਹੜੀ ਹੈ ਉਹ ਸਭ ਤੋਂ ਵੱਡੀ ਇਹ ਹੈ ਕਿ ਜੇਕਰ ਸਾਰੇ ਹੀ ਰਾਜਾਂ ਦੇ ਕੋਲੋਂ ਅਧਿਕਾਰ ਜਿਹੜੇ ਨੇ ਉਹ ਕੇਂਦਰ ਦੇ ਕੋਲ ਜਾ ਰਹੇ ਨੇ ਤੇ ਰਾਜਾਂ ਦੇ ਵਿੱਚ ਜਿਹੜੀਆਂ ਰਾਜ ਸਰਕਾਰਾਂ ਨੇ ਜਦੋਂ ਬਹੁਤ ਸਾਰੇ ਹੱਕਾਂ ਤੇ ਅਧਿਕਾਰਾਂ ਤੋਂ ਰਹਿਤ ਹੋਣਗੀਆਂ ਤੇ ਉਹ ਕਿਤੇ ਵੀ ਕੇਂਦਰ ਦੀਆਂ ਜਿਹੜੀਆਂ ਰਾਜਾਂ ਪ੍ਰਤੀ ਨੀਤੀਆਂ ਨੇ ਉਹਨਾਂ ਦੇ ਵਿੱਚ ਦਖਲ ਅੰਦਾਜ਼ੀ ਕਰਨ ਦੀ ਸਮਰੱਥਾ ਗਾਉਂਦੀਆਂ ਜਾਣਗੀਆਂ। ਜਿਸ ਤਰ੍ਹਾਂ ਹੁਣ ਜੇ ਤੁਸੀਂ ਵੇਖਿਆ ਜਾਵੇ ਤੇ ਪੰਜਾਬ ਦੇ ਵਿੱਚ ਸਰਕਾਰ ਤਾਂ ਕਾਂਗਰਸ ਦੀ ਹੈ, ਪਰ ਪੰਜਾਬ ਦੇ ਵਿੱਚ ਕਾਂਗਰਸ ਦੀ ਸਰਕਾਰ ਹੋਣ ਦੇ ਬਾਵਜੂਦ ਵੀ ਉਹਨੂੰ ਭਾਜਪਾ ਦੇ ਰਹਿਮੋ ਕਰਮ ਦੇ ਉੱਪਰ ਜੀਣਾ ਪੈ ਰਿਹਾ ਹੈ। ਭਾਵ ਕਿ ਪੰਜਾਬ ਇੱਕ ਆਪਣੇ ਸੂਬੇ ਦੇ ਹੱਕਾਂ ਦੀ ਗੱਲ ਨਹੀਂ ਕਰ ਸਕਦਾ, ਉਹਨੂੰ ਉਸੇ ਹੀ ਨੀਤੀ ਦੇ ਵਹਿਣ ਦੇ ਵਿੱਚ ਵਹਿਣਾ ਪੈਂਦਾ ਹੈ ਜਿਹੜੀ ਨੀਤੀ ਕੇਂਦਰ ਦੇ ਵੱਲੋਂ ਵਹਾ ਦਿੱਤੀ ਜਾਂਦੀ ਹੈ। ਸੋ ਦੂਸਰੀ ਗੱਲ ਜਿਹੜੀ ਸਭ ਤੋਂ ਅਹਿਮ ਹੈ ਕਿ ਭਵਿੱਖ ਦੇ ਬਾਰੇ ਜੇਕਰ ਅਸੀਂ ਸੋਚਣਾ ਹੈ ਤਾਂ ਭਵਿੱਖ ਦੇ ਬਾਰੇ ਸੋਚਣ ਦੀ ਸਾਡੀ ਇਹ ਜਿਹੜੀ ਬੜੀ ਅਹਿਮ ਗੱਲ ਹੈ ਕਿ ਪੰਜਾਬ ਦੀ ਰਾਜਸੀ ਜਿਹੜੀ ਇਸ ਵੇਲੇ ਦੀ ਦਸ਼ਾ ਹੈ ਉਹ ਕਹਿ ਸਕਦੇ ਹੋ ਕਿ ਭਾਜਪਾ ਨੇ ਆਪਣੀਆਂ ਨੀਤੀਆਂ ਦੇ ਨਾਲ ਬਿਲਕੁਲ ਖੱਖੜੀਆਂ ਕਰੇਲੇ ਕੀਤੀ ਹੋਈ ਹੈ ਕਿ ਸਾਰੇ ਜਿਹੜੇ ਨੇ ਆਪਸ ਦੇ ਵਿੱਚ ਖਿੰਡੇ ਪਏ ਨੇ। ਇਸ ਖਿੰਡਾਅ ਦੇ ਵਿੱਚੋਂ ਇੰਨੇ ਜ਼ਿਆਦਾ ਧੜੇਬੰਦਕ ਗਰੁੱਪ ਪੈਦਾ ਹੋ ਚੁੱਕੇ ਨੇ, ਇੰਨੇ ਛੋਟੇ ਛੋਟੇ ਕਹਿ ਸਕਦੇ ਹੋ ਕਿ ਧੜੇ ਪੈਦਾ ਹੋ ਚੁੱਕੇ ਨੇ। ਕਾਂਗਰਸ ਦੇ ਵਿੱਚ ਇੱਕ ਨਹੀਂ ਅਨੇਕਾਂ ਧੜੇ ਨੇ। ਇਸੇ ਤਰ੍ਹਾਂ ਆਪ ਪੰਜਾਬ ਦੇ ਵਿੱਚ ਕੋਈ ਬਹੁਤ ਵੱਡਾ ਆਧਾਰ ਨਹੀਂ ਸਿਰਜ ਸਕੀ। ਅਕਾਲੀ ਦਲ ਦਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮੁੱਦੇ ਦੇ ਉੱਪਰ ਬੁਰਾ ਹਾਲ ਹੋ ਚੁੱਕਾ ਹੈ। ਅਕਾਲੀ ਦਲ ਦੇ ਵਿੱਚੋਂ ਨਿਕਲੀਆਂ ਸ਼ਾਖਾਵਾਂ ਜਿਹੜੀਆਂ ਨੇ ਉਹ ਵੀ ਅਜੇ ਤੱਕ ਲੋਕਾਂ 'ਚ ਆਪਣਾ ਬਹੁਤ ਵੱਡਾ ਆਧਾਰ ਸਿਰਜਣ ਦੇ ਵਿੱਚ ਨਾਕਾਮਯਾਬ ਰਹੀਆਂ ਨੇ। ਇਸੇ ਤਰ੍ਹਾਂ ਕੁਝ ਨੌਜਵਾਨਾਂ ਦੇ ਵਿੱਚ ਪੰਜਾਬ ਦੇ ਵਿੱਚ ਆਸ ਪੈਦਾ ਹੋਈ ਸੀ ਕਿ ਸ਼ਾਇਦ ਇਹਨਾਂ ਨੌਜਵਾਨਾਂ ਦੀ ਲੀਡਰਸ਼ਿਪ ਦੇ ਵਿੱਚੋਂ ਪੰਜਾਬ ਦੀ ਨੌਜਵਾਨੀ ਨੂੰ ਇੱਕ ਚੰਗੀ ਆਗੂ ਪ੍ਰਣਾਲੀ ਜਿਹੜੀ ਹੈ ਉਹ ਮਿਲ ਸਕਦੀ ਹੈ, ਪਰ ਉਹ ਵੀ ਕਹਿ ਸਕਦੇ ਹਾਂ ਕਿ ਕਿਤੇ ਨਾ ਕਿਤੇ ਅਜੇ ਤਾਂ ਆਪਸੀ ਤੇ ਆਪਾ ਵਿਰੋਧ ਦਾ ਸ਼ਿਕਾਰ ਹੁੰਦੇ ਜਾ ਰਹੇ ਨੇ।
ਇਸੇ ਤਰ੍ਹਾਂ ਦੇ ਨਾਲ ਹੀ ਬੇਸ਼ੱਕ ਭਾਜਪਾ ਦੀ ਪੰਜਾਬ ਦੇ ਵਿੱਚ ਹਾਲਾਤ ਇੰਨੇ ਚੰਗੇ ਨਹੀਂ ਹੈ, ਪਰ ਭਾਜਪਾ ਦੇ ਵਾਸਤੇ ਇਹ ਬੜਾ ਸੁਨਹਿਰੀ ਮੌਕਾ ਹੈ ਕਿ ਪੰਜਾਬ ਦੀ ਜਿਹੜੀ ਰਾਜਨੀਤਿਕ ਸੱਤਾ ਹੈ ਉਹਦੇ ਵਿੱਚ ਜਿੰਨੇ ਧੜੇ ਬਣੇ ਹੋਏ ਨੇ, ਉਹਨਾਂ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਭਾਜਪਾ ਨੂੰ ਇਹਨਾਂ ਧੜਿਆਂ ਦੀ ਮਦਦ ਕਰਕੇ ਆਪਣਾ ਏਜੰਡਾ ਲਾਗੂ ਕਰਨ ਦੇ ਵਿੱਚ ਕੋਈ ਸਮੱਸਿਆ ਸਾਹਮਣੇ ਨਹੀਂ ਆਵੇਗੀ। ਸੋ ਗੱਲ ਜਿਹੜੀ ਫਿਰ ਉੱਥੇ ਪੰਜਾਬੀ ਦੀ ਸਾਡੀ ਕਹਾਵਤ ਹੈ ਕਿ ਗੱਲ ਸਹੇ ਦੀ ਨਹੀਂ ਹੈ, ਗੱਲ ਪਹੇ ਦੀ ਹੈ ਕਿ ਜਿਸ ਤਰ੍ਹਾਂ ਦੇ ਨਾਲ ਹਿੰਦੂਤਵੀ ਰਾਸ਼ਟਰਵਾਦ ਦਾ ਏਜੰਡਾ ਜਿਹੜਾ ਹੈ ਉਹ ਸਾਰੇ ਭਾਰਤ ਦੇ ਵਿੱਚ ਲਾਗੂ ਹੁੰਦਾ ਜਾ ਰਿਹਾ, ਜੇਕਰ ਆਉਣ ਵਾਲੇ ਸਮੇਂ ਦੇ ਵਿੱਚ ਭਾਜਪਾ ਨੇ ਆਪਣੀਆਂ ਇਹਨਾਂ ਹੀ ਨੀਤੀਆਂ ਦੇ ਤਹਿਤ ਇਸ ਏਜੰਡੇ ਨੂੰ ਪੰਜਾਬ ਦੇ ਵਿੱਚ ਵੀ ਲੈ ਕੇ ਆਉਣਾ ਹੈ, ਤੇ ਜਿਸ ਤਰ੍ਹਾਂ ਦੇ ਨਾਲ, ਜਾਂ ਇਹ ਵੀ ਮੈਂ ਕਹਿ ਲਵਾਂ ਕਿ ਜਿਸ ਤਰ੍ਹਾਂ ਕਿਸਾਨ ਸੰਘਰਸ਼ ਦੇ ਵਿੱਚੋਂ ਲੋਕਾਂ ਨੂੰ ਇੱਕ ਆਸ ਬਣੀ ਸੀ ਕਿ ਸ਼ਾਇਦ ਇਹਦੇ ਵਿੱਚੋਂ ਇੱਕ ਚੰਗੀ ਰਾਜਨੀਤਿਕ ਧਿਰ ਵੀ ਪੈਦਾ ਹੋ ਸਕਦੀ ਹੈ, ਪਰ ਉੱਥੇ ਕਿਸਾਨ ਆਗੂ ਪ੍ਰਣਾਲੀ ਵੀ ਅਜੇ ਤੱਕ ਰਾਜਨੀਤਿਕ ਤੌਰ ਤੇ ਪੰਜਾਬ ਦੀ ਸਮੁੱਚੀ ਮਾਨਸਿਕਤਾ ਦੀ ਜਿਹੜੀ ਨੁਮਾਇੰਦਗੀ ਆ ਉਹ ਕਿਤੇ ਨਾ ਕਿਤੇ ਕਰਨ ਦੇ ਵਿੱਚ ਨਾਕਾਮਯਾਬ ਹੁੰਦੀ ਨਜ਼ਰ ਆ ਰਹੀ ਹੈ। ਕਿਤੇ ਉਹ ਖੱਬੇ ਤੇ ਸੱਜੇ ਪੱਖੀ ਤਰ੍ਹਾਂ ਦੀ ਹੈ, ਕਿਤੇ ਵੱਖ-ਵੱਖ ਪੰਜਾਬ ਦੇ ਮੁੱਦਿਆਂ ਦੇ ਉੱਪਰ ਅਸਹਿਮਤੀ ਹੈ, ਕਿਤੇ ਨਾ ਕਿਤੇ ਪੰਜਾਬ ਦੇ ਪਿਛਲੇ ਸੰਘਰਸ਼ ਨੂੰ ਲੈ ਕੇ ਜਿਹੜੇ ਮੁੱਦੇ ਉਭਾਰੇ ਜਾ ਰਹੇ ਨੇ ਉਹਨਾਂ ਦੇ ਕਰਕੇ। ਸੋ ਮੇਰੇ ਖਿਆਲ ਦੇ ਨਾਲ ਪੰਜਾਬ ਦੇ ਜਿਹੜੇ ਲੋਕ ਨੇ, ਜਿਹੜੇ ਪੰਜਾਬ ਦੇ ਵਸਿੰਦੇ ਨੇ, ਜਾਂ ਖਾਸ ਕਰਕੇ ਜਿਹੜੀ ਪੰਜਾਬ ਦੀ ਨੌਜਵਾਨੀ ਹੈ, ਇਹਨਾਂ ਨੂੰ ਬਹੁਤ ਹੀ ਚੇਤਨ ਹੋਣਾ ਪਵੇਗਾ, ਇਹਨਾਂ ਨੂੰ ਆਉਣ ਵਾਲੇ ਵਰਤਾਰੇ ਦਾ ਅਧਿਐਨ ਕਰਨਾ ਪਵੇਗਾ। ਤੇ ਜੇ ਅਧਿਐਨ ਨਹੀਂ ਕਰਾਂਗੇ ਫਿਰ ਤਾਂ ਮੈਂ ਗੱਲ ਜਿੱਥੋਂ ਸ਼ੁਰੂ ਕੀਤੀ ਸੀ ਕਿ ਸ਼ਾਹਾਂ ਸੁਰਤ ਗਵਾਈਆਂ ਰੰਗ ਤਮਾਸ਼ੇ ਚਾਏ, ਅੱਗੇ ਦੇ ਜੇ ਚੇਤੀਏ ਤਾਂ ਕਾਇਤ ਮਿਲੇ ਸਜਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।